जी सत श्री अकाल जी सारिਆਂ ਨੂੰ मैं धर्मपाल सिंह गवर्नमेंट हाई स्कूल पतारा विखे सेवा निभा रहा हाँ। विद्यार्थियों अज असी क्लास 9वीं का 7वां अध्याय त्रिभुजा जिहड़ा हैगा आ वो आप जी दे नाल डिस्कस कर रहे हैं। ठीक है विद्यार्थियों, ਇਹਦੇ ਵਿੱਚ ਅਸੀਂ ਚੈਪਟਰ ਦੇ ਵਿੱਚ ਬੇਸਿਕਲੀ ਜੋ ਸ਼ੁਰੂ ਤੋਂ ਲੈ ਕੇ ਹਲੇ ਤੱਕ ਅਸੀਂ ਕੀਤਾ ਹੈ, ਪਹਿਲਾਂ ਅਸੀਂ ਉਹਦੇ ਵਿੱਚ ਇੱਕ ਥੋੜਾ ਜਿਹਾ ਚਰਣਾ ਪਾ ਲਈਏ, ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ। ਵਿਦਿਆਰਥੀਓ ਇਸ ਤ੍ਰਿਭੁਜਾਂ ਵਾਲੇ ਚੈਪਟਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਰਬੰਗ ਸਮਤਾ ਕੀਤੀ, ਸਰਬੰਗ ਸਮਤਾ ਦੇ ਨਿਯਮ ਕੀਤੇ ਵੱਖਰੇ ਵੱਖਰੇ ਕੀ ਹੋ ਸਕਦੇ ਸਨ। ਉਸ ਤੋਂ ਬਾਅਦ ਤ੍ਰਿਭੁਜਾਂ ਦੇ ਗੁਣ ਜਿਹੜੇ ਹੈਗੇ ਨੇ ਉਹ ਦੇਖੇ ਨੇ, ਤੇ ਅੱਜ ਅਸੀਂ ਫਿਰ ਤ੍ਰਿਭੁਜਾਂ ਦੀ ਬਣਤਰ ਦੇ ਹਿਸਾਬ ਦੇ ਨਾਲ ਜਿਹੜੇ ਉਹਨਾਂ ਦੇ ਗੁਣ ਬਣਦੇ ਹਨ, ਉਹਨਾਂ ਦੀ ਭੁਜਾਵਾਂ ਦੇ ਨਾਲ, ਉਹਨਾਂ ਦੇ ਕੋਣਾਂ ਦੇ ਨਾਲ ਜਿਹੜੇ ਉਹਨਾਂ ਦੇ ਗੁਣ ਬਣਦੇ ਹਨ, ਉਹਨਾਂ ਦੇ ਬਾਰੇ ਚਰਚਾ ਕਰਾਂਗੇ। ਚਲੋ ਆਓ ਵਿਦਿਆਰਥੀਓ ਅਸੀਂ ਸ਼ੁਰੂ ਕਰਦੇ ਹਾਂ। ਅਸੀਂ ਆਪਣੇ ਪਹਿਲੇ त्रिभुजां विच असमानतावां, त्रिभुजां विच असमानतावां, ये जी साडा विद्यार्थियों पहला टॉपिक है त्रिभुजां विच असमानतावां। इहदे विच विद्यार्थियों असीं सब तो पहले एक क्रिया करके देखते हां। क्रिया की होएगी, ਅਸੀਂ ਕੀ ਕਰਦੇ ਹਾਂ ਵਿਦਿਆਰਥੀਓ, ਇੱਕ ਵਿਖਮਭੁਜੀ ਤ੍ਰਿਭੁਜ ਜਿਹੜੀਆਂ ਹੈਗੀਆਂ ਤੁਸੀਂ ਆਪਣੇ ਆਪ ਦੇ ਵਿੱਚ ਕੀ ਕਰੋ, ਆਪਣੇ ਲੈਵਲ ਦੇ ਉੱਤੇ ਆਪਣੇ ਘਰ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੀਆਂ ਵਿਖਮਭੁਜੀ ਤ੍ਰਿਭੁਜਾਂ ਕੱਟ ਲਓ। ਮੈਂ ਬਣਾ ਰਿਹਾ ਹਾਂ, ਤੁਸੀਂ ਕਟਿੰਗ ਕਰ ਲਓ ਉਹਨਾਂ ਦੀ। A B C, ਇਹ ਵੱਖਰੀ, ਇਹ ਵੱਖਰੀ, ਇਹ ਵੱਖਰੀ। ਠੀਕ ਹੈ ਜੀ, ਫਿਰ ਇਦਾਂ ਦੀ ਕਰ ਲਓ ਜੀ ਇੱਕ। ਠੀਕ ਹੈ ਜੀ, ਫਿਰ ਇੱਕ ਇਦਾਂ ਦੀ ਬਣਾ ਲਓ ਤ੍ਰਿਭੁਜ। ਠੀਕ ਹੈ ਜੀ, एक अद्धी त्रिभुज होर तुसीं जिस हिसाब दे नाल त्रिभुज हैगी आ ओनू बना लो। ठीक है जी। अच्छा, इहदे विच असीं की करांगे, सब तो पहला साडा काम की होएगा, असीं अपने कोल जिहड़ा स्केल हैगा फुट आया ओहदे माप दे नाल असीं इन्हां दीयां भुजावां माप लवांगे। ठीक है जी, मान लो ये साडे कोल आ जांदी है 6 सेंटीमीटर, ये आ जांदी है 5 सेंटीमीटर, ये आ जांदी है 4 सेंटीमीटर। ठीक है जी, आ जिहड़ी भुजा हैगी आ मान लो ये 8 सेंटीमीटर आ जांदी है, इधर वाली 7 सेंटीमीटर, इधर वाली 6 सेंटीमीटर। ठीक है जी, मान लो उसी तरीके नाल मैं भी जस्ट सिंपल जी गल कर रहा। ठीक है, ये भी मान लो तुहाडे कोल 7 सेंटीमीटर आ जांदी है, ये 4 सेंटीमीटर आ जांदी है, ये 5 सेंटीमीटर जिहड़ी हैगी भुजा आ जांदी है। उस तो बाद असीं की करांगे, इन्हां दे जदों भुजावां माप लईआं ते साडी क्रिया इत्थों शुरू हुंदी है, असीं इन्हां दे कोणां दा माप पता करांगे डी दी मदद दे नाल। ठीक है जी, असीं इन्हां दे कोणां दा माप पता कर लिया। ठीक है, आ तुसीं मैं इहदे विच 3 भुजावां ले लईआं, तुसीं जरूरी नहीं कि 6 4 5 4 6 7 8 ਤੇ 7 5 4 ਹੀ ਲੈਣੀਆਂ ਆ। ਤੁਸੀਂ ਕੋਈ ਵੀ ਮਾਪ ਦੀਆਂ 3 ਤ੍ਰਿਭੁਜਾਂ ਜਾਂ 4 ਤ੍ਰਿਭੁਜਾਂ ਜਾਂ 5 ਤ੍ਰਿਭੁਜਾਂ ਦੇ ਕੱਟ ਲਓ, ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਉਹਨਾਂ ਦੇ ਮਾਪ ਪਤਾ ਕਰ ਲੈਣੇ ਆ। ਠੀਕ ਹੈ ਜੀ, ਸਾਰਿਆਂ ਦੇ ਮਾਪ ਪਤਾ ਕਰ ਲੈਣੇ। ਹੁਣ ਕੱਟੋ ਜਾਂ ਡਰਾ ਕਰੋ, ਤੁਹਾਡੀ ਮਰਜ਼ੀ ਆ। ਤੁਸੀਂ ਮਾਪ ਪਤਾ ਕਰਕੇ ਉਹਦੇ ਵਿੱਚ ਕੱਲੇ ਦਾ ਕੋਣ ਪਤਾ ਕਰ ਲੈਣਾ ਤੁਸੀਂ। ਠੀਕ ਹੈ, ਜਿਹਦੇ ਵਿੱਚ A B C ਪਤਾ ਕਰ ਲਿਆ, ਮੰਨ ਲਓ ਇਹ ਸਾਡੇ ਕੋਲ D E F ਹੈ, ਇਹ ਪਤਾ ਕਰ ਲਿਆ। ਠੀਕ ਹੈ ਜੀ, ਆ ਸਾਡੇ ਕੋਲ G H I ਹੈਗਾ, ਇਹ ਪਤਾ ਕਰ ਲੈ। ਇਹਨਾਂ ਸਾਰਿਆਂ ਨੂੰ ਅਸੀਂ ਪਤਾ ਕਰਨ ਤੋਂ ਬਾਅਦ ਅਸੀਂ ਕੀ ਕਰਾਂਗੇ, ਅਸੀਂ ਇਹਨਾਂ ਦੇ ਕੋਣਾਂ ਦਾ ਮਾਪ, ਉਸ ਤੋਂ ਬਾਅਦ ਕੋਣਾਂ ਦਾ ਇਹਨਾਂ ਦੀਆਂ ਭੁਜਾਵਾਂ ਦੇ ਨਾਲ ਸੰਬੰਧ ਜਿਹੜਾ ਹੈਗਾ ਉਹ ਦੇਖਣ ਦੀ ਕੋਸ਼ਿਸ਼ ਕਰਾਂਗੇ। ਤਾਂ ਮੈਂ ਇਹ ਚੀਜ਼ ਨੋਟਿਸ ਕਰਾਂਗਾ ਕਿ ਜਿਹੜੀ ਭੁਜਾ ਤ੍ਰਿਭੁਜ ਦੇ ਵਿੱਚ ਸਭ ਤੋਂ ਵੱਡੀ ਹੈ, ਉਸ ਦੇ ਸਾਹਮਣੇ ਵਾਲਾ ਕੋਣ ਸਭ ਤੋਂ ਵੱਡਾ ਨਜ਼ਰ ਆ ਰਿਹਾ ਹੈ। ਠੀਕ ਹੈ, ਇਹ ਮੈਂ ਨਹੀਂ ਕਹਿ ਰਿਹਾ, ਇਹ ਤੁਸੀਂ ਕਿਰਿਆ ਦੇ ਰਾਹੀਂ ਆਪ ਪਤਾ ਕਰੋਗੇ। ਇਸ ਤ੍ਰਿਭੁਜ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਆਹ ਸਭ ਤੋਂ ਵੱਡੀ ਭੁਜਾ ਹੈ। ਜੇ ਤੁਸੀਂ ਚੈੱਕ ਕਰਦੇ ਹੋ ਤਾਂ ਇਹਦੇ ਸਾਹਮਣੇ ਵਾਲਾ ਕੋਣ ਜਿਹੜਾ ਹੈਗਾ ਉਹ ਸਭ ਤੋਂ ਵੱਡਾ ਨਜ਼ਰ ਆਏਗਾ ਮਾਪ ਦੇ ਵਿੱਚ। ਠੀਕ ਹੈ ਜੀ, ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ, 180 ਡਿਗਰੀ। ਜੇਕਰ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੈ, ਤੇ ਤੁਸੀਂ ਇਹ ਦੇਖ ਲਿਓ ਕਿ ਜਿਹੜੀ ਸਭ ਤੋਂ ਵੱਡੀ ਭੁਜਾ ਹੈ ਉਹਦੇ ਸਾਹਮਣੇ ਵਾਲਾ ਕੋਣ ਜਿਹੜਾ ਹੈਗਾ ਸਭ ਤੋਂ ਵੱਡਾ ਹੋਏਗਾ। ਇਸੇ ਤਰੀਕੇ ਨਾਲ ਇਸ ਕੋਣ ਦੇ ਵਿੱਚ ਵੀ ਤੁਹਾਡੇ ਕੋਲ ਸਭ ਤੋਂ ਵੱਡੀ ਭੁਜਾ ਕਿਹੜੀ ਹੈ, 7 ਸੈਂਟੀਮੀਟਰ, ਤੇ ਇਹ 7 ਸੈਂਟੀਮੀਟਰ ਦੇ ਆਪੋਜ਼ਿਟ ਜਿਹੜਾ ਹੈਗਾ ਆ ਕੋਣ H ਜਿਹੜਾ ਹੈਗਾ ਉਹ ਸਭ ਤੋਂ ਵੱਡਾ ਕੋਣ ਹੋਏਗਾ। ਇਹ ਚੀਜ਼ ਨੂੰ ਮੈਂ ਸਿਰਫ ਕਹਿ ਨਹੀਂ ਰਿਹਾ, ਮੈਂ ਤੁਹਾਨੂੰ ਇਹ ਕਹਿ ਰਿਹਾ ਹਾਂ, ਇਹ ਉਹ ਚੀਜ਼ ਹੈ ਜੋ ਤੁਸੀਂ ਕਿਰਿਆ ਦੇ ਰਾਹੀਂ ਆਪਣੇ ਆਪ ਜਿਹੜੀ ਹੈਗੀ ਆ ਉਹ ਚੀਜ਼ ਚੈੱਕ ਕਰ ਸਕਦੇ ਹੋ। ਠੀਕ ਹੈ, ਚਲੋ ਆਓ ਵਿਦਿਆਰਥੀਓ ਅਸੀਂ ਇਸ ਕਿਰਿਆ ਤੋਂ ਬਾਅਦ ਨੈਕਸਟ ਚੱਲਦੇ ਹਾਂ ਆਪਣੇ। ਹੁਣ ਇਸ ਕਿਰਿਆ ਤੋਂ ਅਸੀਂ ਕੀ ਨਤੀਜਾ ਕੱਢਿਆ ਹੈ, ਉਸ ਨੂੰ ਅਸੀਂ ਇੱਕ ਥਿਊਰਮ ਦੇ ਰਾਹੀਂ ਜਿਹੜਾ ਹੈਗਾ ਆ ਉਹ ਪੇਸ਼ ਕਰਦੇ ਹਾਂ। ਜਿਹੜੀ ਥਿਊਰਮ ਹੈ ਉਹ ਕੀ ਮੈਨੂੰ ਕਹਿ ਰਹੀ ਹੈ, ਪਹਿਲਾਂ ਮੈਂ ਥਿਊਰਮ ਦੀ ਸਟੇਟਮੈਂਟ ਲਿਖਦਾ ਹਾਂ, ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਇਹਨੂੰ ਸਮਝਾਵਾਂਗਾ। ਜੇਕਰ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਬਰਾਬਰ ਹੋਣ, ਬਰਾਬਰ
ਨਾ ਹੋਣ, ਸੌਰੀ ਬਰਾबर ਨਾ ਹੋਣ, ਫਿਰ ਕੀ ਹੋਏਗਾ ਜੀ, ਤਾਂ ਲੰਬੀ ਭੁਜਾ ਦੇ ਸਾਹਮਣੇ ਦਾ ਕੋਣ ਵੱਡਾ ਹੁੰਦਾ ਹੈ। ਦੇਖੋ ਜਿਹੜੀ ਚੀਜ਼ ਮੈਂ ਇੱਥੇ ਲਿਖੀ ਆ, ਇਸ ਚੀਜ਼ ਨੂੰ ਅਸੀਂ ਥੋੜੀ ਦੇਰ ਪਹਿਲਾਂ ਇੱਕ ਕਿਰਿਆ ਦੇ ਰਾਹੀਂ ਸਿੱਧ ਕਰ ਚੁੱਕੇ ਹਾਂ ਕਿ ਕਿਸੇ ਵੀ ਤ੍ਰਿਭੁਜ ਵਿੱਚ ਆ ਇੱਕ ਤ੍ਰਿਭੁਜ ਹੈ, ਠੀਕ ਹੈ ਜੀ, A B C, ਸਭ ਤੋਂ ਕਿਸੇ ਵੀ ਤ੍ਰਿਭੁਜ ਦੀਆਂ ਜਿਹਦੀਆਂ ਦੋ ਭੁਜਾਵਾਂ ਬਰਾਬਰ ਨਾ ਹੋਣ ਤਾਂ ਲੰਬੀ ਭੁਜਾ ਦੇ, ਇਹਦੀ ਸਭ ਤੋਂ ਲੰਬੀ ਭੁਜਾ ਕਿਹੜੀ ਹੈ, AC ਹੈ, ਲੰਬੀ ਭੁਜਾ ਦੇ ਸਾਹਮਣੇ ਵਾਲਾ ਕੋਣ ਜਿਹੜਾ ਹੈਗਾ ਆ ਉਹ ਵੱਡਾ ਹੁੰਦਾ ਹੈ। ਇਹ ਜਿਹੜੀ ਹੈਗੀ ਥਿਉਰਮ ਸਾਨੂੰ ਬੜੇ ਕਲੀਅਰਲੀ ਸ਼ਬਦਾਂ ਦੇ ਵਿੱਚ ਇਹ ਚੀਜ਼ ਨੂੰ ਸਾਨੂੰ ਕਹਿ ਰਹੀ ਹੈ, ਜਿਸ ਨੂੰ ਕਿ ਅਸੀਂ ਕਿਰਿਆ ਰਾਹੀਂ ਵੇਖਿਆ ਹੈ। ਅੱਛਾ, ਹੁਣ ਇੱਕ ਚੀਜ਼ ਹੋਰ ਹੈ, ਤੁਸੀਂ ਇੱਕ ਹੋਰ ਐਕਟੀਵਿਟੀ ਕਰੋ ਜਾਂ ਉਸ ਹੀ ਐਕਟੀਵਿਟੀ ਨੂੰ ਉਲਟ ਕਰੋ। ਉਸ ਐਕਟੀਵਿਟੀ ਨੂੰ ਉਲਟ ਕਰਨ ਦਾ ਮਤਲਬ ਇਹ ਆ, ਤੁਸੀਂ ਫਿਰ 4-5 ਤ੍ਰਿਭੁਜਾਂ ਜਿਹੜੀਆਂ ਹੈਗੀਆਂ ਆਪਣੀ ਕਾਪੀ ਦੇ ਵਿੱਚ ਬਣਾ ਲਓ ਬੜੇ ਵਧੀਆ ਤਰੀਕੇ ਦੇ ਨਾਲ, ਵੱਖਰੀਆਂ, ਜਿਹਦੇ ਵਿੱਚ ਕੋਸ਼ਿਸ਼ ਕਰਨਾ ਕਿ ਦੋ ਭੁਜਾਵਾਂ ਆਪਸ ਵਿੱਚ ਬਰਾਬਰ ਨਾ ਹੋਣ, ਕੋਈ ਦੋ ਭੁਜਾਵਾਂ ਬਰਾਬਰ ਨਾ ਹੋਣ, ਠੀਕ ਹੈ ਜੀ। ਫਿਰ ਕੀ ਕਰੋ, ਤੁਸੀਂ ਉਹਨਾਂ ਸਾਰਿਆਂ ਦੇ ਕੋਣ ਮਾਪ ਲਓ। ਪਹਿਲਾਂ ਤੁਸੀਂ ਉਹਨਾਂ ਦੀਆਂ ਭੁਜਾਵਾਂ ਮਾਪੀਆਂ ਸੀ ਨਾ, ਹੁਣ ਤੁਸੀਂ ਉਹਨਾਂ ਸਾਰਿਆਂ ਦੇ ਕੋਣ ਮਾਪਣੇ ਸ਼ੁਰੂ ਕਰ ਦਿਓ, ਠੀਕ ਹੈ ਜੀ। ਕੋਣ ਮਾਪ ਲਓ ਤੁਸੀਂ ਉਹਨਾਂ ਦੇ, ਠੀਕ ਹੈ ਜੀ। ਉਹਨਾਂ ਦੇ ਕੋਣ ਜਦੋਂ ਤੁਸੀਂ ਮਾਪ ਲਓਗੇ ਤਾਂ ਤੁਸੀਂ ਹੁਣ ਇਹ ਚੈੱਕ ਕਰਿਓ ਕਿ ਕੀ ਤੁਸੀਂ ਕੋਣਾਂ ਦੇ ਹਿਸਾਬ ਦੇ ਨਾਲ ਉਹਨਾਂ ਦੀਆਂ ਭੁਜਾਵਾਂ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ। ਤਾਂ ਤੁਸੀਂ ਚੈੱਕ ਕਰੋਗੇ, ਬਿਲਕੁਲ ਦੇ ਸਕਦੇ ਹਾਂ। ਤੁਸੀਂ ਦੇਖੋਗੇ ਕਿ ਜਿਹੜਾ ਤ੍ਰਿਭੁਜ ਦੇ ਵਿੱਚ ਜਿਹੜਾ ਕੋਣ ਸਭ ਤੋਂ ਵੱਡਾ ਹੋਏਗਾ, ਉਸ ਵੱਡੇ ਕੋਣ ਦੇ ਸਾਹਮਣੇ ਵਾਲੀ ਭੁਜਾ ਜਿਹੜੀ ਹੈਗੀ ਉਹ ਸਭ ਤੋਂ ਵੱਡੀ ਹੋਏਗੀ, ਠੀਕ ਹੈ। ਇਸੇ ਤਰੀਕੇ ਦੇ ਨਾਲ ਮੰਨ ਲਓ ਇਹ ਸਭ ਤੋਂ ਵੱਡਾ ਕੋਣ ਹੈ ਤਾਂ ਇਹਦੇ ਸਾਹਮਣੇ ਵਾਲੀ ਭੁਜਾ ਸਭ ਤੋਂ ਵੱਡੀ ਹੋਏਗੀ। ਆਹ ਸਭ ਤੋਂ ਵੱਡਾ ਕੋਣ ਹੈ ਤਾਂ ਆਹ ਸਭ ਤੋਂ ਵੱਡਾ ਕੋਣ ਹੈ ਤਾਂ ਇਹਦੇ ਸਾਹਮਣੇ ਵਾਲੀ ਭੁਜਾ ਸਭ ਤੋਂ ਵੱਡੀ ਭੁਜਾ ਜਿਹੜੀ ਹੈਗੀ ਉਹ ਹੋਏਗੀ, ਠੀਕ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜਿਹੜੀ ਥਿਉਰਮ ਮੈਂ ਹੁਣੇ ਕੀਤੀ ਹੈ, ਜੇਕਰ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਬਰਾਬਰ ਨਾ ਹੋਣ ਤਾਂ ਲੰਬੀ ਭੁਜਾ ਦੇ ਸਾਹਮਣੇ ਦਾ ਕੋਣ ਵੱਡਾ ਹੁੰਦਾ ਹੈ। ਇਸ ਥਿਉਰਮ ਦਾ ਉਲਟ ਵੀ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਹੀ ਹੈ। ਹੁਣ ਜਿਹੜੀ ਇਹ ਦੂਸਰੀ ਕਿਰਿਆ ਅਸੀਂ ਛੋਟੀ ਜਿਹੀ ਕੀਤੀ ਹੈ, ਇਸ ਕਿਰਿਆ ਤੋਂ ਵੀ ਇੱਕ ਥਿਉਰਮ ਨਿਕਲ ਕੇ ਸਾਹਮਣੇ ਆਈ ਹੈ। ਉਸ ਥਿਉਰਮ ਨੂੰ ਵੀ ਜਿਹੜਾ ਹੈਗਾ ਆ ਅਸੀਂ ਲਿਖਦੇ ਹਾਂ। ਥਿਉਰਮ ਹੈ ਕਿਸੇ ਵੀ ਤ੍ਰਿਭੁਜ ਵਿੱਚ ਵੱਡੇ ਕੋਣ ਦੇ ਸਾਹਮਣੇ ਦੀ ਭੁਜਾ ਵੱਡੀ ਹੁੰਦੀ ਹੈ, ਠੀਕ ਹੈ ਜੀ। ਹੁਣ ਦੇਖੋ ਇਹਦੇ ਵਿੱਚ ਕੀ ਕਹਿ ਰਿਹਾ ਹੋ ਕਿ ਕਿਸੇ ਵੀ ਤ੍ਰਿਭੁਜ ਵਿੱਚ ਵੱਡੇ ਕੋਣ ਦੇ ਸਾਹਮਣੇ ਵਾਲੀ ਭੁਜਾ ਜਿਹੜੀ ਹੈ ਉਹ ਵੱਡੀ ਹੁੰਦੀ ਹੈ, ਠੀਕ ਹੈ ਜੀ। ਅੱਛਾ, ਇਹ ਤ੍ਰਿਭੁਜ ਦੇ ਵਿਚਲੇ ਕੋਣਾਂ ਦੀ ਗੱਲ ਕਰ ਰਹੇ ਹਾਂ ਆਪਾਂ। ਤ੍ਰਿਭੁਜ ਦੇ ਵਿੱਚ ਜਦੋਂ ਵੀ ਕੋਣਾਂ ਦੀ ਗੱਲ ਕਰਾਂਗੇ ਆਪਾਂ ਤ੍ਰਿਭੁਜ ਦੇ ਅੰਦਰੂਨੀ ਕੋਣਾਂ ਦੀ ਗੱਲ ਕਰਾਂਗੇ, ਨਾ ਕਿ ਉਹਦੇ ਬਾਹਰੀ ਕੋਣਾਂ ਦੀ ਗੱਲ ਕਰਾਂਗੇ, ਠੀਕ ਹੈ ਜੀ। ਸੋ ਇਹ ਵੀ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਕੋਲ ਬੜੀਆਂ ਕਲੀਅਰ ਹੋ ਗਈਆਂ ਆ, ਠੀਕ ਹੈ ਜੀ। ਇਹਨਾਂ ਦੋ ਥਿਉਰਮ ਤੋਂ ਇਲਾਵਾ ਇੱਕ ਤੀਜੀ ਥਿਉਰਮ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਥਿਉਰਮ ਹੈ। ਉਦਾਂ ਤਾਂ ਉਹਦੇ ਬਾਰੇ ਜ਼ਿਕਰ ਆਪਾਂ ਪਹਿਲਾਂ ਵੀ ਛੋਟੀਆਂ ਕਲਾਸਾਂ 'ਚ ਜਿਹੜਾ ਹੈਗਾ ਉਹ ਕੀਤਾ ਹੋਇਆ ਆ, ਲੇਕਿਨ ਫਿਰ ਵੀ ਮੇਰਾ ਖਿਆਲ ਹੈ ਕਿ ਇੱਥੇ ਜਿਹੜਾ ਹੈਗਾ ਆ ਉਹਦਾ ਇੱਕ ਵਾਰੀ ਜ਼ਿਕਰ ਕਰਨਾ ਜਿਹੜਾ ਹੈਗਾ ਉਹ ਜ਼ਰੂਰੀ ਹੈ ਕਿ ਇਸ ਐਕਸਰਸਾਈਜ਼ ਜਾਂ ਇਸ ਚੈਪਟਰ ਦੇ ਵਿੱਚ ਜਿਹੜੀਆਂ ਥਿਉਰਮਾਂ ਆਣੀਆਂ ਉਹਨਾਂ ਦੇ ਵਿੱਚ ਉਹ ਵੀ ਬੜੀ ਇੰਪੋਰਟੈਂਟ ਹੈ। ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਵੱਡਾ ਹੁੰਦਾ ਹੈ। ਤੀਸਰੀ ਭੁਜਾ ਤੋਂ ਵੱਡਾ ਹੁੰਦਾ ਹੈ। ਇਹ ਜਿਹੜੀ ਚੀਜ਼ ਉਹਨੇ ਕਹੀ ਆ ਇਹ ਲੋਅਰ ਕਲਾਸਿਸ ਦੇ ਵਿੱਚ ਆਪਾਂ ਕਰ ਚੁੱਕੇ ਹਾਂ। ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਵੱਡਾ ਹੁੰਦਾ ਹੈ। ਇਹਦਾ ਅਰਥ ਇਹ ਹੈ ਵਿਦਿਆਰਥੀਓ ਕਿ ਜਦੋਂ ਵੀ ਮੰਨ ਲਓ ਮੈਂ ਇੱਕ ਇਹ ਥਿਉਰਮ ਕਰਨ ਤੋਂ ਬਾਅਦ ਇੱਕ ਛੋਟੀ ਜੀ ਤੇ ਇੱਕ ਦੋ ਸਵਾਲ ਤੁਹਾਡੇ ਨਾਲ ਸਾਂਝੇ ਕਰਦਾ ਹਾਂ। ਮੈਂ ਤੁਹਾਨੂੰ ਕੀ ਕੀਤਾ, ਮੈਂ ਤੁਹਾਨੂੰ ਇੱਕ ਪ੍ਰਸ਼ਨ ਪਾਇਆ, ਇਹਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਭਾਈ ਕੋਈ ਇੱਕ ਤ੍ਰਿਭੁਜ ਚੱਕ ਲਓ। ਮੈਂ ਚੱਕ ਲਈ 6 5 ਤੇ 7। ਇਹ ਇੱਕ ਤ੍ਰਿਭੁਜ ਹੈ। ਇਹ ਤ੍ਰਿਭੁਜ ਦੀਆਂ ਭੁਜਾਵਾਂ ਨੇ 6 5 ਤੇ 7 ਜਿਹੜੀਆਂ ਹੈਗੀਆਂ ਉਹ ਤ੍ਰਿਭੁਜ ਦੀਆਂ ਭੁਜਾਵਾਂ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਨੇ ਸਾਡੇ ਕੋਲ, ਠੀਕ ਹੈ ਜੀ। ਹੁਣ ਜਿਹੜੀਆਂ ਇਹ ਤ੍ਰਿਭੁਜ ਦੀਆਂ ਭੁਜਾਵਾਂ ਨੇ, ਇਹਨਾਂ ਭੁਜਾਵਾਂ ਦੇ ਵਿੱਚ ਮੈਂ ਇਹ ਜਾਣਨਾ ਚਾਹੁੰਦਾ ਕਿ ਭਾਈ ਕੀ ਇਹ ਤਿੰਨ ਭੁਜਾਵਾਂ ਨੇ। ਮੈਂ ਇਹ ਜਾਣਨਾ ਚਾਹੁੰਦਾ ਕਿ ਕੀ ਇਹ ਤਿੰਨ ਭੁਜਾਵਾਂ ਜਿਹੜੀਆਂ ਕਿਸੇ ਤ੍ਰਿਭੁਜ ਦੀਆਂ ਹੋ ਸਕਦੀਆਂ ਹਨ ਕਿ ਨਹੀਂ ਹੋ ਸਕਦੀਆਂ।
ਤੇ ਇਹਦਾ ਜਿਹੜਾ ਅਰਥ ਹੈ ਉਹ ਕੀ ਹੋਏਗਾ, ਜੇਕਰ ਅਸੀਂ ਕੀ ਕਰਦੇ ਆ, ਇਹਨਾਂ ਦੀਆਂ ਕੋਈ ਦੋ ਭੁਜਾਵਾਂ ਚੱਕ ਲੈਂਦੇ ਆ, ਠੀਕ ਹੈ ਜੀ, ਕੋਈ ਦੋ ਭੁਜਾਵਾਂ, ਮੰਨ ਲਓ ਆ ਪਹਿਲੀਆਂ ਚੱਕ ਲਈਆਂ, 6 + 5 ਬਰਾਬਰ ਕਿੰਨਾ ਆ ਗਿਆ ਜੀ, 11 ਆ ਗਿਆ, 7 ਤੇ 5 ਕਿੰਨਾ ਆ ਗਿਆ ਜੀ, 12 ਆ ਗਿਆ, ਠੀਕ ਹੈ ਜੀ, 7 ਤੇ 6 ਕਿੰਨਾ ਆ ਗਿਆ ਜੀ, 13 ਆ ਗਿਆ। ਅਸੀਂ ਇਹ ਚੈੱਕ ਕਰ ਰਹੇ ਹਾਂ ਕੋਈ ਵੀ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਨਾਲੋਂ ਹਮੇਸ਼ਾ ਵੱਡਾ ਆ ਰਿਹਾ, ਠੀਕ ਹੈ ਜੀ। ਇਹਦਾ ਮਤਲਬ ਇਹ ਜਿਹੜੀ ਹੈਗੀ ਆ ਇੱਕ ਤ੍ਰਿਭੁਜ ਜਿਹੜੀ ਹੈਗੀ ਉਹ ਬਣ ਸਕਦੀ ਹੈ, ਠੀਕ ਹੈ ਜੀ। ਮੰਨ ਲਓ ਇੱਕ ਹੋਰ ਤ੍ਰਿਭੁਜ ਲੈਣੇ ਭਾਈ 2 3 ਤੇ 8 ਆ, ਮੈਂ ਇਹ कहता कि त्रिभुज नहीं है, ये तीन भुजावां ले लईਆਂ कि ये तीन भुजावां किसी त्रिभुज ਦੀਆਂ ਭੁਜਾਵਾਂ ਹੋ ਸਕਦੀਆਂ ਹਨ। ਆਓ ਚੈੱਕ ਕਰਦੇ ਹਾਂ। ਮੈਂ ਕੀ ਕੀਤਾ, 3 + 2 ਕੀਤਾ, ਠੀਕ ਹੈ ਜੀ। ਮੈਂ 3 + 2 ਕਰਕੇ ਦੇਖਿਆ, ਮੈਂ ਇਹ ਦੇਖ ਰਿਹਾ ਕਿ 3 + 2 ਹੁੰਦਾ 5, ਲੇਕਿਨ ਇਹ 8 ਤੋਂ ਛੋਟਾ ਹੈ। ਇਸ ਦਾ ਮਤਲਬ ਇਹ ਜਿਹੜੀਆਂ ਤਿੰਨ ਹੈਗੀਆਂ ਕਦੀ ਵੀ ਕਿਸੇ त्रिभुज ਦੀਆਂ ਭੁਜਾਵਾਂ ਨਹੀਂ ਹੋ ਸਕਦੀਆਂ। ਇਹ ਮੇਰੀ ਤੀਸਰੀ ਥਿਊਰਮ ਦਾ ਜਿਹੜਾ ਹੈ ਉਹਦਾ ਅਰਥ ਜਿਹੜਾ ਹੈਗਾ ਉਹ ਇਹ ਹੈ, ਠੀਕ ਹੈ ਜੀ। ਚਲੋ ਆਓ ਵਿਦਿਆਰਥੀਓ, ਹੁਣ ਅਸੀਂ ਜੋ ਹੈ ਇਹ ਥਿਊਰਮਾਂ ਨੂੰ ਇੱਕ ਦੋ ਸਵਾਲਾਂ ਦੇ ਵਿੱਚ ਜਿਹੜਾ ਹੈਗਾ, 2-3 ਸਵਾਲਾਂ ਦੇ ਵਿੱਚ ਲਗਾ ਕੇ ਦੇਖਦੇ ਹਾਂ ਕਿ ਕੀ ਇਹ ਥਿਊਰਮਾਂ ਜਿਹੜੀਆਂ ਹੈਗੀਆਂ ਸਵਾਲਾਂ 'ਚ ਐਪਲੀਕੇਬਲ ਹੁੰਦੀਆਂ ਹਨ ਕਿ ਨਹੀਂ ਹੁੰਦੀਆਂ ਹਨ, ਜਾਂ ਸਾਨੂੰ ਕਿੰਨੀਆਂ ਮਦਦ ਕਰਦੀਆਂ ਹਨ। ਸੋ ਪਹਿਲਾ ਸਵਾਲ ਹੈ, दिखाओ कि समकोण त्रिभुज, दिखाओ कि समकोण त्रिभुज विच कर्ण सब तो लंबी भुजा हुंदी है। ਹੁਣ ਕੀ ਕਰਨਾ ਤੁਸੀਂ, ਇਹਦੇ ਵਿੱਚ ਇਹ ਪ੍ਰਸ਼ਨ ਹੈ, ਉਹ ਕਹਿੰਦਾ ਦਿਖਾਓ ਕਿ ਸਮਕੋਣ ਤ੍ਰਿਭੁਜ ਵਿੱਚ ਕर्ण ਜਿਹੜਾ ਹੈ, ਉਸ ਕर्ण ਜਿਹੜੀ ਹੈ ਉਹ ਸਭ ਤੋਂ ਲੰਬੀ ਭੁਜਾ ਹੁੰਦੀ ਹੈ। ਮੈਂ ਸ਼ੋ ਕਰਨਾ ਉਹਨੂੰ, ਮੈਂ ਸਿੱਧ ਕਰਨਾ ਉਹਨੂੰ। ਮੈਂ ਕੀ ਕਰਾਂਗਾ, ਇਹਦੇ ਵਿੱਚ ਸਿੱਧ ਕਰਨ ਵਾਸਤੇ ਮੈਂ ਕੀ ਕਰਦਾ, ਮੈਂ ਇਧਰਲੇ ਪਾਸੇ ਇੱਕ ਸਮਕੋਣੀ ਤ੍ਰਿਭੁਜ ਜਿਹੜੀ ਹੈਗੀ ਉਹਦਾ ਨਿਰਮਾਣ ਕਰਦਾ। ਸਮਕੋਣੀ ਤ੍ਰਿਭੁਜ ਬਣਾਉਣਾ ਆ। ਇਹ ਹੋ ਗਿਆ ਜੀ A, ਇਹ ਹੋ ਗਿਆ B, ਇਹ ਹੋ ਗਿਆ C। ਇਹ ਜਿਹੜਾ ਹੈ ਸਮਕੋਣ ਯਾਨੀ ਕਿ 90 ਡਿਗਰੀ ਹੈ। ਇਹਨਾਂ ਦੋ ਕੋਣਾਂ ਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਠੀਕ ਹੈ ਜੀ। ਜਦੋਂ ਕਿ ਮੈਂ ਇਹ ਚੀਜ਼ ਸਿੱਧ ਕਰਾਂਗਾ ਤੇ ਯਾਨੀ ਕਿ ਇਹਦਾ ਹੱਲ ਕਰਾਂਗਾ, ਤੇ ਮੈਂ ਕੀ ਕਰਦਾ, ਇਹਦੇ ਵਿੱਚ ਸਭ ਤੋਂ ਪਹਿਲੇ ਮੈਂ ਇਹ ਚੀਜ਼ ਲਿਖਾਂਗਾ, ਕੋਣ A ਜਮਾ ਕੋਣ B ਜਮਾ ਕੋਣ C ਬਰਾਬਰ ਹੈ ਮੇਰੇ ਕੋਲ 180 ਡਿਗਰੀ। ਇਹਦੇ ਵਿੱਚ ਕੋਣ B ਮੇਰੇ ਕੋਲ 90 ਡਿਗਰੀ ਦਿੱਤਾ ਹੈ। ਇਸ ਦਾ ਮਤਲਬ ਹੈ ਕੋਣ A ਜਮਾ ਕੋਣ C ਬਰਾਬਰ 180 ਘਟਾਓ 90। ਇਹਦਾ ਮਤਲਬ ਕੋਣ A ਜਮਾ ਕੋਣ C ਬਰਾਬਰ ਹੈ 90 ਡਿਗਰੀ। ਹੁਣ ਅਸੀਂ ਇਹ ਚੀਜ਼ ਜਾਣਦੇ ਹਾਂ ਕਿ ਕਿਸੇ ਵੀ ਤ੍ਰਿਭੁਜ ਦੇ ਵਿੱਚ ਕੋਈ ਕੋਣ 0 ਡਿਗਰੀ ਦਾ ਨਹੀਂ ਹੋ ਸਕਦਾ, ਠੀਕ ਹੈ ਜੀ। ਘੱਟੋ ਘੱਟ 1 ਡਿਗਰੀ ਦਾ ਹੋਏਗਾ ਜਾਂ ਉਸ ਤੋਂ ਛੋਟਾ ਹੋ ਸਕਦਾ, ਲੇਕਿਨ 0 ਦਾ ਨਹੀਂ ਹੋ ਸਕਦਾ, ਠੀਕ ਹੈ। ਜੇਕਰ ਦੋ ਕੋਣਾਂ ਦਾ ਜੋੜ ਜਿਹੜਾ ਹੈਗਾ ਆ ਉਹ 90 ਡਿਗਰੀ ਹੈ, ਇਹਦਾ ਮਤਲਬ ਇਹਨਾਂ ਦੋਨਾਂ ਵਿੱਚੋਂ ਕੋਈ ਵੀ 90 ਡਿਗਰੀ ਹੈ, ਉਸ ਤੋਂ ਵੱਡਾ ਕੋਣ ਨਹੀਂ ਹੈ, ਠੀਕ ਹੈ। ਇਸ ਦਾ ਅਰਥ ਇਹ ਨਿਕਲਦਾ ਹੈ ਕਿ ਤ੍ਰਿਭੁਜ ABC ਵਿੱਚ, ਇਸ ਦਾ ਕੀ ਨਿਕਲਦਾ ਹੈ, ਤ੍ਰਿਭੁਜ ABC ਵਿੱਚ ਕੋਣ B ਸਭ ਤੋਂ ਵੱਡਾ ਕੋਣ ਹੈ। ਕੋਣ ਵੀ ਸਭ ਤੋਂ ਵੱਡਾ ਕੋਣ ਹੈ, ਇਸ ਦਾ ਅਰਥ ਕੀ ਨਿਕਲਦਾ ਹੈ, ਇਸ ਨੂੰ ਚਲੋ ਆਓ ਜਾਣਦੇ ਹਾਂ ਅਸੀਂ। ਜੇਕਰ ਕੋਣ ਵੀ ਸਭ ਤੋਂ ਵੱਡਾ ਕੋਣ ਹੈ, ਇਹਦਾ ਅਰਥ ਇਹ ਹੋਇਆ ਕਿ ਕੀ ਅਰਥ ਨਿਕਲਦਾ ਜੀ ਇਹਦਾ, ਇਸ ਦਾ ਅਰਥ ਇਹ ਨਿਕਲਦਾ ਹੈ ਕੋਣ B, ਅੱਛਾ ਸੌਰੀ ਮੈਂ ਇੱਥੇ ਡਾਇਗਰਾਮ ਮਿਟੇ ਦਿੱਤਾ, ਮੈਂ ਮਿਟੇਣਾ ਨਹੀਂ ਚਾਹੀਦਾ। ਇਹ ਆ ਕੋਣ B ਸੀ ਨਾ, ਕੋਣ B ਦੇ ਜਿਹੜੀ ਸਨਮੁਖ ਭੁਜਾ ਆ ਉਹ ਕੀ ਆ ਗਈ AC। ਇਸ ਦਾ ਅਰਥ ਹੋਇਆ AC ਤ੍ਰਿਭੁਜ ABC ਦੀ ਸਭ ਤੋਂ ਲੰਬੀ ਭੁਜਾ ਹੈ। ਇਸ ਦਾ ਅਰਥ ਕੀ ਨਿਕਲ ਗਿਆ, ਤ੍ਰਿਭੁਜ ABC ਵਿੱਚ AC ਜਿਹੜੀ ਹੈਗੀ ਉਹ ਸਭ ਤੋਂ ਲੰਬੀ ਭੁਜਾ ਹੈ। AC ਕੀ ਹੈ, ਉਹਦਾ ਕर्ण ਹੈ। ਇਸ ਤੋਂ ਭਾਵ ਕੀ ਹੋ ਗਿਆ ਕਿ ਜੋ ਕर्ण ਹੈ, ਕर्ण ਤ੍ਰਿਭੁਜ ABC ਦੀ ਸਭ ਤੋਂ ਲੰਬੀ ਭੁਜਾ ਹੈ। ਇਹਦਾ ਕਾਰਨ ਕੀ ਹੈ ਜੀ, ਇਹਦਾ ਕਾਰਨ ਜਿਹੜਾ ਹੈਗਾ ਆ, ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਹੈ ਉਸ ਦੀ ਥਿਊਰਮ। ਜਿਹੜੀ ਥਿਊਰਮ ਨੇ ਮੈਨੂੰ ਕਲੀਅਰਲੀ ਇਹ ਗੱਲ ਕਹੀ ਸੀ ਕਿ ਕਿਸੇ ਵੀ ਤ੍ਰਿਭੁਜ ਦੇ ਵਿੱਚ ਸਭ ਤੋਂ ਵੱਡੇ ਕੋਣ ਦੇ ਸਨਮੁਖ ਭੁਜਾ ਜਿਹੜੀ ਹੁੰਦੀ ਹੈ ਉਹ ਕੀ ਹੁੰਦੀ ਹੈ, ਸਭ ਤੋਂ ਲੰਬੀ ਹੁੰਦੀ ਹੈ। ਜੇਕਰ ਕੋਣ ਵੀ ਸਭ ਤੋਂ ਵੱਡਾ ਕੋਣ ਹੈ ਤਾਂ ਇਸ ਦਾ ਮਤਲਬ ਹੋ ਗਿਆ ਕਿ AC ਜਿਹੜੀ ਹੈਗੀ ਹੈ ਉਹ ਸਭ ਤੋਂ ਲੰਬੀ ਭੁਜਾ ਹੋਵੇਗੀ। ਚਲੋ ਆਓ ਵਿਦਿਆਰਥੀਓ ਅਸੀਂ ਚੱਲਦੇ ਹਾਂ ਇਸ ਦੇ ਦੂਸਰੇ ਪ੍ਰਸ਼ਨ ਦੇ ਵੱਲ, ਦੇਖਦੇ ਹਾਂ ਦੂਸਰਾ ਪ੍ਰਸ਼ਨ ਸਾਨੂੰ ਕੀ ਕਹਿੰਦਾ ਹੈ। ਦੂਸਰੇ ਪ੍ਰਸ਼ਨ ਦੇ ਵਿੱਚ ਹੈ ਵਿਦਿਆਰਥੀਓ, ਚਿੱਤਰ, ਪਹਿਲੇ ਚਿੱਤਰ ਬਣਾ ਲਈਏ। ਆ ਚਿੱਤਰ ਹੈ ਜੀ,
ਇਹ ਹੈਗਾ ਜੀ A, ਇਹਦੇ ਵਿੱਚ ਹੈ ਜੀ ਆ ਹੋ ਗਿਆ ਜੀ B, ਆ ਹੋ ਗਿਆ C, ਇਹਨੂੰ ਨਾਮ ਦਿੱਤਾ ਬਿੰਦੂ ਨੂੰ P ਦਾ, ਇਸ ਬਿੰਦੂ ਨੂੰ ਨਾਮ ਦਿੱਤਾ Q ਦਾ। ਠੀਕ ਹੈ ਜੀ। ਪ੍ਰਸ਼ਨ ਇਹ ਹੈ ਕਿ ਚਿੱਤਰ ਵਿੱਚ त्रिभुज ABC ਦੀਆਂ ਭੁਜਾਵਾਂ AB ਅਤੇ AC ਨੂੰ ਕ੍ਰਮਵਾਰ ਬਿੰਦੂਆਂ P ਅਤੇ Q ਤੱਕ ਵਧਾਇਆ ਗਿਆ ਹੈ। ठीक है जी। नाल ही कोण PBC छोटा है कोण QCB तो। ठीक है जी। वो कहता है कोण PBC आ वाला कोण छोटा है कोण QCB तो, इस कोण तो छोटा है। इनू कोण एक दा नाम दे देना, इनू दो दा, इनू तीन दा ते इनू चार दा। मैं पहले भी लेक्चर्स ਦੇ ਵਿੱਚ ਤੁਹਾਨੂੰ ਕਿਹਾ ਹੋਇਆ ਕਿ ਇਸ ਢੰਗ ਦੇ ਨਾਲ ਨਾਮ ਲਿਖਣ ਦੇ ਨਾਲ ਸਾਡੇ ਕੈਲਕੂਲੇਸ਼ਨ ਜਿਹੜੀ ਹੈਗੀ ਥੋੜੀ ਜੀ ਸੌਖੀ ਸਾਨੂੰ ਲੱਗਣ ਲੱਗ ਪੈਂਦੀ ਹੈ। ਠੀਕ ਹੈ ਜੀ। ਤਾਂ ਦਿਖਾਓ, ਨਾਲ ਇਹ ਦਿਖਾਇਆ ਵਧਾਇਆ ਗਿਆ ਹੈ, ਦਿਖਾਓ ਕਿ AC ਵੱਡੀ ਹੈ AB ਤੋਂ। ਠੀਕ ਹੈ ਜੀ। ਦਿਖਾਓ ਕਿ AC ਵੱਡੀ ਹੈ AB ਤੋਂ। ਇਸ ਚੀਜ਼ ਨੂੰ ਜਿਹੜਾ ਹੈਗਾ ਆ ਅਸੀਂ ਸਿੱਧ ਕਰਨਾ ਹੈ। ठीक है जी। हुण AC ਵੱਡੀ है AB तो ਅਸੀਂ ਸਿੱਧ ਕਰਨਾ ਹੈ। ਇਹਦੇ ਵਿੱਚ ਸਾਨੂੰ ਦਿੱਤਾ ਕੀ ਹੈ ਉਹਦੇ ਬਾਰੇ ਆਪਾਂ ਜਾਣਕਾਰੀ ਕਰ ਲੈਂਦੇ। ਸਭ ਤੋਂ ਪਹਿਲਾਂ ਦਿੱਤਾ ਕੀ ਹੈ ਉਹਨੇ ਕਿਹਾ ਹੈ ਕੋਣ PBC यानी कि ਕੋਣ ਇੱਕ ਛੋਟਾ ਹੈ ਕੋਣ ਦੋ ਤੋਂ। ਇਹ ਚੀਜ਼ ਸਾਨੂੰ ਦਿੱਤੀ ਹੋਈ ਹੈ। ਠੀਕ ਹੈ ਵਿਦਿਆਰਥੀਓ। ਉਸ ਤੋਂ ਬਾਅਦ ਦੇਖੋ ਕੋਣ 1 ਜਮਾ ਕੋਣ 3 ਬਰਾਬਰ 180 डिग्री, ਕੋਣ 2 ਜਮਾ ਕੋਣ 4 ਬਰਾਬਰ 180 डिग्री। ਇਹ ਦੋਵੇਂ ਕੀ ਹਨ ਰੇਖੀ ਜੋੜੇ। ਠੀਕ ਹੈ ਜੀ। ਇਹ ਵੀ ਰੇਖੀ ਜੋੜਾ ਹੈ। ਠੀਕ ਹੈ ਜੀ। ਹੁਣ ਮੰਨ ਲਓ ਇਹਨੂੰ ਤੁਸੀਂ ਇੱਕ ਦਾ ਨਾਮ ਦੇ ਲੈਂਦੇ ਹੋ, ਇਹਨੂੰ 2 ਦਾ ਤੇ ਇਹਨੂੰ 3 ਦਾ। ਠੀਕ ਹੈ ਜੀ। ਇਹਨਾਂ ਨੂੰ ਤੁਸੀਂ 1 2 3 ਦਾ ਜਿਹੜਾ ਹੈਗਾ ਉਹ ਨਾਮ ਦੇ ਰਹੇ ਹੋ ਤੇ ਉਸ ਤੋਂ ਕੀ ਪਤਾ ਲੱਗਦਾ ਸਾਨੂੰ, ਧਿਆਨ ਨਾਲ ਦੇਖਿਓ ਜਰਾ। ਹਾਂਜੀ ਇੱਧਰ ਦੇਖੋ। ਹੁਣ ਜੇਕਰ ਕੋਣ 1 ਕੋਣ 2 ਤੋਂ ਛੋਟਾ ਹੈ ਤੇ ਕੋਣ 1 ਜਮਾ ਤੇ ਕੋਣ 3 ਬਰਾਬਰ 180, ਕੋਣ 2 ਜਮਾ ਕੋਣ 4 ਬਰਾਬਰ 180। ਆ ਦੇਖੋ ਆ ਚੀਜ਼ ਜਿਹੜੀ ਹੈਗੀ ਬਰਾਬਰ ਨੇ, ਬਿਲਕੁਲ ਬਰਾਬਰ ਨੇ ਨਾ ਦੂਜੇ ਪਾਸੇ। ਇਹ ਦੋਵੇਂ ਚੀਜ਼ਾਂ ਬਰਾਬਰ 180 डिग्री ਦੇ ਨੇ। ਇਹ ਕਦੋਂ ਬਰਾਬਰ ਹੋ ਸਕਦੀਆਂ? ਇਹਦੇ ਵਿੱਚ ਉਹ ਕਹਿ ਰਿਹਾ ਹੈ ਕਿ ਕੋਣ 1 ਕੋਣ 2 ਤੋਂ ਛੋਟਾ ਹੈ। ਇਹ ਤਦ ਹੀ ਬਰਾਬਰ ਹੋ ਸਕਦੇ ਹਨ ਜੇਕਰ ਕੋਣ 3 ਕੋਣ 4 ਤੋਂ ਵੱਡਾ ਹੋਏਗਾ। ਠੀਕ ਹੈ ਜੀ। ਤभी ਤਾਂ ਬਰਾਬਰ ਹੋਣਗੇ। ਜੇਕਰ ਇਹ ਤੋਂ ਛੋਟਾ ਹੈ, ਇਹ ਵੀ ਇਹ ਤੋਂ ਛੋਟਾ ਹੋ ਗਿਆ ਤੇ ਇਹ ਤਾਂ ਪੂਰੀ ਰਕਮ ਇਹ ਤੋਂ ਛੋਟੀ ਹੋਣੀ ਚਾਹੀਦੀ ਸੀ, लेकिन ये 180 बराबर हैं। जेकर बराबर करना है तो फिर जेकर 1 2 तो छोटा है तो 3 4 तो वड्डा होवेगा। इसलिए साडे कोल की है, इसलिए तो बाद साडे कोल है कि कोण 1 मतलब 1 2 ਅਤੇ 3 ਤੋਂ 1 2 ਤੇ 3 ਤੋਂ ਸਾਡੇ ਕੋਲ ਕੀ ਸਾਬਿਤ ਹੋਇਆ ਕਿ ਕੋਣ 3 ਜਿਹੜਾ ਹੈਗਾ ਆ ਉਹ ਦੇਖੋ ਵੱਡਾ ਹੈ ਕੋਣ 4 ਤੋਂ। ਕੋਣ 3 ਕੋਣ 4 ਤੋਂ ਵੱਡਾ ਹੋ ਗਿਆ ਕਿਉਂਕਿ ਕੋਣ 1 ਕੋਣ 2 ਤੋਂ ਛੋਟਾ ਸੀ। ਇਹ ਚੀਜ਼ ਹੋ ਗਈ 1 2 ਤੇ 3 ਤੋਂ। ਤੇ ਜੇਕਰ ਕੋਣ 3 ਕੋਣ 4 ਤੋਂ ਵੱਡਾ ਹੈ, ਇਸ ਤੋਂ ਇਹ ਸਿੱਧ ਹੁੰਦਾ ਹੈ ਕਿ AC ਵੱਡੀ ਹੈ AB ਤੋਂ। ਕਾਰਨ ਕੀ ਹੈ? ਕੋਣ 3 ਵੱਡਾ ਹੈ ਤੇ ਇਹਦੇ ਸਾਹਮਣੇ ਵਾਲੀ ਭੁਜਾ AC ਇਹਦੇ ਸਾਹਮਣੇ ਵਾਲੀ ਭੁਜਾ AB ਤੋਂ ਵੱਡੀ ਹੋਏਗੀ। ਇਹਦਾ ਕਾਰਨ ਤੁਸੀਂ ਆਪ ਲਿਖ ਸਕਦੇ ਹੋ। ਕਾਰਨ ਤੁਸੀਂ ਕੀ ਲਿਖੋਗੇ ਕਿ ਸਨਮੁਖ ਵੱਡੇ ਕੋਣ ਦੇ ਸਨਮੁਖ ਭੁਜਾ ਵੱਡੀ ਹੁੰਦੀ ਹੈ। ਕਿਸੇ ਵੀ ਤ੍ਰਿਭੁਜ ਵਿੱਚ ਵੱਡੇ ਕੋਣ ਦੇ ਸਨਮੁਖ ਭੁਜਾ ਵੱਡੀ ਹੁੰਦੀ ਹੈ। ਸੋ ਇਹ ਜਿਹੜਾ ਹੈਗਾ ਆ ਮੇਰੇ ਕੋਲ ਇਸ ਦਾ ਉੱਤਰ ਵੀ ਆ ਗਿਆ ਹੈ। ਸੋ ਆਪਾਂ ਇਸ ਚੀਜ਼ ਨੂੰ ਵੀ ਸਮਝ ਸਕਦੇ ਹਾਂ। ਬੜੇ ਧਿਆਨ ਨਾਲ ਮੈਂ ਇੱਕ ਵਾਰੀ ਫਿਰ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਜੇਕਰ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ। ਚਿੱਤਰ ਵਿੱਚ ਤ੍ਰਿਭੁਜ ABC ਦੀਆਂ ਭੁਜਾਵਾਂ AB ਅਤੇ AC ਨੂੰ ਕ੍ਰਮਵਾਰ ਬਿੰਦੂਆਂ B P ਅਤੇ Q ਤੱਕ ਵਧਾਇਆ ਗਿਆ ਹੈ। ਤੇ ਅਸੀਂ ਇਹ ਦੱਸਣਾ ਸੀਗਾ ਕਿ ਨਾਲ ਹੀ ਉਹਨੇ ਕਿਹਾ ਸੀਗਾ ਕੋਣ 1 ਛੋਟਾ ਹੈ ਕੋਣ B ਤੋਂ, ਯਾਨੀ ਕਿ ਕੋਣ PBC ਛੋਟਾ ਹੈ ਕੋਣ QCB ਤੋਂ। ਇੱਕ ਕੋਣ ਨੰਬਰ ਕੋਣ 2 ਨੰਬਰ ਕੋਣ ਤੋਂ ਛੋਟਾ ਹੈ। ਇਹ 1 ਨੰਬਰ 2 ਨੰਬਰ 3 ਨੰਬਰ 4 ਨੰਬਰ ਮੈਂ ਅਸੀਂ ਸੁਵਿਧਾ ਵਾਸਤੇ ਲਿਆ ਕਿਉਂਕਿ ਲਿਖਣ ਵਾਸਤੇ ਮੇਰੇ ਵਾਸਤੇ ਬਹੁਤ ਸੌਖਾ ਕੰਮ ਹੋ ਜਾਂਦਾ ਹੈ। ਠੀਕ ਹੈ ਜੀ। ਫਿਰ ਸਿੱਧ ਕਰਨ ਲਈ ਉਹਨੇ ਕੀ ਕਿਹਾ ਸੀ? ਕਹਿੰਦਾ ਸਿੱਧ ਕਰੋ ਜਾਂ ਦਿਖਾਓ ਕਿ AC ਵੱਡਾ ਹੈ AB ਤੋਂ। ਅਸੀਂ ਇਹ ਦਿਖਾਉਣਾ ਸੀਗਾ ਕਿ AC ਜਿਹੜਾ ਹੈਗਾ ਉਹ AB ਤੋਂ ਵੱਡਾ ਹੈ।
ਹੁਣ AC AB ਤੋਂ ਵੱਡਾ ਹੈ ਤਾਂ ਫਿਰ ਕਿਵੇਂ ਦਿਖਾਵਾਂਗੇ ਅਸੀਂ ਕਿਹਾ ਕਿ ਕੋਣ 1 ਕੋਣ 2 ਤੋਂ ਛੋਟਾ ਹੈ। ਉਸ ਤੋਂ ਬਾਅਦ ਮੈਂ ਧਿਆਨ ਨਾਲ ਦੇਖਿਆ ਕਿ ਕੋਣ 1 ਜਮਾ ਕੋਣ 3 ਬਰਾਬਰ 180 ਡਿਗਰੀ, ਕੋਣ 2 ਜਮਾ ਕੋਣ 4 ਬਰਾਬਰ 180 ਡਿਗਰੀ। ਠੀਕ ਹੈ ਜੀ, ਆ ਦੋਵੇਂ 180 ਡਿਗਰੀ। ਹੁਣ ਦੋਵਾਂ ਦਾ ਜੋੜ ਜਿਹੜਾ ਹੈਗਾ 180 ਦੇ ਬਰਾਬਰ ਹੈ। ਇਹਦਾ ਮਤਲਬ ਆਹ ਵਾਲੀ ਚੀਜ਼ ਇਸ ਚੀਜ਼ ਦੇ ਬਰਾਬਰ ਆ ਗਈ। ਜੇ ਕਿਸੇ ਦਾ ਸੱਜਾ ਵਾਲਾ ਪਾਸਾ ਬਰਾਬਰ ਹੈ ਤਾਂ ਖੱਬੇ ਵਾਲਾ ਪਾਸਾ ਵੀ ਬਰਾਬਰ ਹੋਵੇਗਾ। ਇਹਦਾ ਮਤਲਬ ਕੋਣ 1 ਜਮਾ 3 ਬਰਾਬਰ ਕੋਣ 2 ਜਮਾ 4 ਦੇ ਜਿਹੜਾ ਹੈਗਾ ਹੈ। ਲੇਕਿਨ ਕੋਣ 1 ਕੋਣ 2 ਤੋਂ ਕੀ ਹੈ, ਛੋਟਾ ਹੈ। ਜੇਕਰ ਇਹ ਬਰਾਬਰ ਹਨ ਇਹਦਾ ਮਤਲਬ ਕੋਣ 3 ਕੋਣ 4 ਤੋਂ ਵੱਡਾ ਹੋਣਾ ਚਾਹੀਦਾ ਹੈ, ਤਦ ਹੀ ਇਹ ਬਰਾਬਰ ਹੋਣਗੇ। ਇਸ ਦਾ ਮਤਲਬ ਇਸ ਲਈ 1 2 ਅਤੇ 3 1 2 ਅਤੇ 3 ਤੋਂ ਕੀ ਸਿੱਧ ਹੁੰਦਾ ਹੈ, ਕੋਣ 3 ਕੋਣ 4 ਤੋਂ ਵੱਡਾ ਹੈ। ਜੇਕਰ ਕੋਣ 3 ਕੋਣ 4 ਤੋਂ ਵੱਡਾ ਹੈ ਤਾਂ ਕੋਣ 3 ਦੇ ਸਨਮੁਖ AC ਵੱਡੀ ਹੈ ਕੋਣ 4 ਤੋਂ ਸਨਮੁਖ AB ਤੋਂ। ਇਹਦਾ ਮਤਲਬ AC ਜਿਹੜੀ ਹੈਗੀ ਆ ਉਹ AB ਤੋਂ ਵੱਡੀ ਹੋਗੀ। ਤੇ ਕਾਰਨ ਕੀ ਹੈ, ਕਿਸੇ ਵੀ ਤ੍ਰਿਭੁਜ ਦੇ ਵਿੱਚ ਵੱਡੇ ਕੋਣ ਦੇ ਸਨਮੁਖ ਭੁਜਾ ਵੱਡੀ ਹੁੰਦੀ ਹੈ। ਠੀਕ ਹੈ ਵਿਦਿਆਰਥੀਓ, ਚਲੋ ਆਓ ਅਸੀਂ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਦੇ ਵੱਲ। ਸਾਡਾ ਅਗਲਾ ਪ੍ਰਸ਼ਨ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਪ੍ਰਸ਼ਨ ਦੇਖੋ ਵਿਦਿਆਰਥੀਓ, ਕੋਈ ਵੀ ਹੁਣ ਜਿਹੜੇ ਜਿਓਮੈਟਰੀ ਦੇ ਪ੍ਰਸ਼ਨ ਹੁੰਦੇ ਹਨ ਉਹ ਦੇਖਣ ਨੂੰ ਪਹਿਲੀ ਨਜ਼ਰ ਦੇ ਵਿੱਚ ਲੱਗਦੇ ਹਨ ਕਿ ਥੋੜੇ ਔਖੇ ਹਨ, ਲੇਕਿਨ ਜਦੋਂ ਅਸੀਂ ਇਹਨਾਂ ਨੂੰ ਕਰਨਾ ਸ਼ੁਰੂ ਕਰਦੇ ਹਾਂ ਤੇ ਬੜੇ ਸਿੰਪਲ ਜਿਹੇ ਲੱਗਣੇ ਸ਼ੁਰੂ ਹੋ ਜਾਂਦੇ ਹਨ। ਠੀਕ ਹੈ ਜੀ, ਚਲੋ ਆਓ ਅਸੀਂ ਵਿਦਿਆਰਥੀਓ ਅਗਲੇ ਪ੍ਰਸ਼ਨ ਵਿੱਚ ਚੱਲਦੇ ਹਾਂ। ਅਗਲੇ ਪ੍ਰਸ਼ਨ ਦੇ ਵਿੱਚ ਵੀ ਚਿੱਤਰ ਦੀ ਗੱਲ ਕੀਤੀ ਗਈ ਹੈ, ਇਸ ਕਰਕੇ ਪਹਿਲੇ ਚਿੱਤਰ ਬਣਾ ਲਈਏ। ਇਹ ਹੈ AB, ਇਸ ਨੂੰ ਇੱਧਰ ਤੱਕ ਲੈ ਕੇ ਗਏ ਹਾਂ। ਇਹ ਹੈ ਆਪਣੇ ਕੋਲ C ਤੇ D, ਇਸ ਨੂੰ ਜੋੜਿਆ ਗਿਆ ਹੈ। ਇਹ ਬਿੰਦੂ O ਤੇ ਕੱਟਦੇ ਹਨ। ਠੀਕ ਹੈ ਜੀ, ਆਹ ਕੋਣ A ਹੈ, ਕੋਣ B, ਕੋਣ C ਤੇ ਕੋਣ D ਜਿਹੜਾ ਹੈਗਾ ਇਹਨਾਂ ਨੂੰ ਨਾਮ ਦਿੱਤਾ ਗਿਆ ਹੈ। ਠੀਕ ਹੈ ਜੀ, ਇਹਦਾ ਪ੍ਰਸ਼ਨ ਕੀ ਹੈ, ਪ੍ਰਸ਼ਨ ਉਹ ਕਹਿ ਰਿਹਾ ਹੈ ਕਿ ਚਿੱਤਰ ਵਿੱਚ ਇਸ ਚਿੱਤਰ ਦੀ ਗੱਲ ਕਰ ਰਿਹਾ ਹੈ, ਕੋਣ B ਛੋਟਾ ਹੈ ਕੋਣ A ਤੋਂ ਅਤੇ ਕੋਣ C ਛੋਟਾ ਹੈ ਕੋਣ D ਤੋਂ। ਠੀਕ ਹੈ ਨਾ, ਚਿੱਤਰ ਵਿੱਚ ਕੋਣ B ਕੋਣ A ਤੋਂ ਛੋਟਾ ਹੈ ਅਤੇ ਕੋਣ C ਕੋਣ D ਤੋਂ ਛੋਟਾ ਹੈ। दर्शाओ कि AD छोटा है BC। ठीक है, आ चीज ਜਿਹੜੀ ਹੈਗੀ ਆ ਉਹ ਮੈਂ ਦਰਸਾਉਣਾ ਚਾਹੁੰਦਾ ਹਾਂ। ਠੀਕ ਹੈ, ਅੱਛਾ ਵਿਦਿਆਰਥੀਓ, ਇਸ ਚੀਜ਼ ਨੂੰ ਕਿਵੇਂ ਦਰਸਾਇਆ ਜਾ ਸਕਦਾ ਹੈ, ਕਹਿੰਦਾ ਦਰਸਾਓ ਕਿ AD ਜਿਹੜਾ ਹੈਗਾ ਆ ਉਹ ਛੋਟਾ ਹੈ BC ਤੋਂ। ਹਾਲਾਂਕਿ ਕੋਣ ਉਹਨੇ ਮੈਨੂੰ ਆ ਛੋਟੇ ਛੋਟੇ ਦਿੱਤੇ ਹਨ ਤ੍ਰਿਭੁਜਾਂ ਦੇ, ਲੇਕਿਨ ਉਹਨੇ ਭੁਜਾਂ ਮੇਰੇ ਤੋਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਵੱਡੀਆਂ ਭੁਜਾਵਾਂ ਦੇ ਬਾਰੇ ਜਾਣਕਾਰੀ ਉਹਨੇ ਮੇਰੇ ਤੋਂ ਲੈ ਲਈ ਹੈ। ਚਲੋ ਆਓ ਸਟਾਰਟ ਕਰਦੇ ਹਾਂ, ਅਸੀਂ ਇਧਰੋਂ ਸਟਾਰਟ ਕਰਦੇ ਹਾਂ। ਤ੍ਰਿਭੁਜ AOB ਵਿੱਚ ਇੱਕ ਇੱਕ ਤ੍ਰਿਭੁਜ ਚੱਕਾਂਗੇ। ਪਹਿਲਾਂ ਇਹ ਵਾਲੀ ਤ੍ਰਿਭੁਜ ਚੱਕਦੇ ਹਾਂ। ਇਹਦੇ ਵਿੱਚ ਉਹਨੇ ਕੀ ਕਿਹਾ, ਕੋਣ B ਛੋਟਾ ਹੈ ਕੋਣ A ਤੋਂ। ਕੋਣ B A ਤੋਂ ਛੋਟਾ ਹੈ, ਇਸ ਲਈ ਕੋਣ B ਛੋਟਾ ਹੈ ਤਾਂ ਕੋਣ B ਦੇ ਸਨਮੁਖ ਭੁਜਾ OA, ਇਸ ਦਾ ਅਰਥ ਹੈ OA ਛੋਟੀ ਹੈ। ਕੋਣ A ਦੀ ਸਨਮੁਖ ਭੁਜਾ OB ਤੋਂ। ਤੇ ਇਹਦਾ ਕਾਰਨ ਤੁਸੀਂ ਆਪ ਲਿਖਣਾ। ਹੁਣ ਕਾਰਨ ਆਪ ਲਿਖਣਾ। ਕਾਰਨ ਕੀ ਹੈ, ਕਿਸੇ ਵੀ ਤ੍ਰਿਭੁਜ ਵਿੱਚ ਛੋਟੇ ਕੋਣ ਦੀ ਸਨਮੁਖ ਭੁਜਾ ਛੋਟੀ ਹੁੰਦੀ ਹੈ, ਵੱਡੇ ਕੋਣ ਦੀ ਸਨਮੁਖ ਭੁਜਾ ਵੱਡੀ ਹੁੰਦੀ ਹੈ। ਇਸ ਲਈ OA ਵੱਡਾ ਹੈ OB ਦੇ ਵਿੱਚ। ਇਹਨੂੰ ਨੰਬਰ 1 ਜਿਹੜਾ ਹੈਗਾ ਉਹ ਮੈਂ ਪਾ ਲਿਆ। ਠੀਕ ਹੈ, ਇਸੇ ਤਰੀਕੇ ਦੇ ਨਾਲ ਮੈਂ ਤ੍ਰਿਭੁਜ DOC ਵਿੱਚ DOC ਤ੍ਰਿਭੁਜ ਚੱਕ ਲਈ। ਇਸ ਵਿੱਚ ਉਹਨੇ ਕਿਹਾ ਹੈ ਕੋਣ C ਛੋਟਾ ਹੈ ਕੋਣ D ਤੋਂ। ਕੋਣ C ਕੋਣ D ਤੋਂ ਛੋਟਾ ਹੈ। ਕੋਣ C ਛੋਟਾ ਹੈ ਤਾਂ ਕੋਣ C ਦੇ ਸਨਮੁਖ ਭੁਜਾ OD ਛੋਟਾ ਹੈ। ਦੇਖੋ ਕੋਣ D ਜੋ ਸਨਮੁਖ ਭੁਜਾ OC ਤੋਂ। ਠੀਕ ਹੈ ਜੀ, ਇਹਨੂੰ ਨੰਬਰ 2 ਪਾ ਲਓ। ਤੇ ਇਹਦਾ ਕਾਰਨ ਵੀ ਤੁਸੀਂ ਆਪ ਲਿਖਣਾ ਹੈ। ਤੇ ਕਾਰਨ ਕੀ ਹੈ, ਕਿਸੇ ਵੀ ਤ੍ਰਿਭੁਜ ਵਿੱਚ ਛੋਟੇ ਕੋਣ ਦੇ ਸਨਮੁਖ ਭੁਜਾ ਛੋਟੀ ਹੁੰਦੀ ਹੈ ਤੇ ਵੱਡੇ ਕੋਣ ਦੇ ਸਨਮੁਖ ਭੁਜਾ ਵੱਡੀ ਹੁੰਦੀ ਹੈ। ਇਸ ਕਰਕੇ ਆਹ ਭੁਜਾ ਇਸ ਭੁਜਾ ਤੋਂ ਛੋਟੀ ਜਿਹੜੀ ਹੈਗੀ ਆ ਹੋਗੀ। ਠੀਕ ਹੈ ਜੀ, ਇਹਦੇ ਵਿੱਚ ਹੁਣ ਕਰਾਂਗੇ 1 ਅਤੇ 2 ਨੂੰ ਜੋੜਨ ਤੇ। 1 ਤੇ 2 ਨੂੰ ਜੋੜ ਲਓ। ਦੇਖੋ ਕੀ ਬਣੇਗਾ, ਖੱਬੇ ਵਾਲਾ ਪਾਸਾ ਖੱਬੇ ਵਾਲੇ ਪਾਸੇ ਜੁੜੇਗਾ ਤੇ ਸੱਜੇ ਵਾਲਾ ਪਾਸਾ ਸੱਜੇ ਵਾਲੇ ਪਾਸੇ। ਇਹਦਾ ਮਤਲਬ ਹੈ ਇਹ ਬਣ ਗਿਆ OA ਜਮਾ OB OA ਜਮਾ OD। ਠੀਕ ਹੈ ਜੀ, D ਹੈ ਛੋਟਾ ਹੈ OB ਜਮਾ OC ਦੇ। ਠੀਕ ਹੈ ਜੀ, ਧਿਆਨ ਨਾਲ ਦੇਖੋ, ਖੱਬੇ ਵਾਲੇ ਪਾਸੇ ਨੂੰ ਖੱਬੇ ਵਾਲੇ ਪਾਸੇ ਜੋੜਿਆ, ਸੱਜੇ ਵਾਲੇ ਪਾਸੇ ਨੂੰ ਸੱਜੇ ਵਾਲੇ ਪਾਸੇ ਜੋੜਿਆ। OA ਜਮਾ OD ਬਰਾਬਰ ਬਣ ਗਿਆ ਜੀ AD। ਛੋਟਾ ਹੈ OB ਜਮਾ OC ਬਰਾਬਰ ਬਣ ਗਿਆ BC ਦੇ। ਇਹਦਾ ਮਤਲਬ ਦੇਖੋ ਧਿਆਨ ਨਾਲ ਵਿਦਿਆਰਥੀਓ,
कि छोटी भुजावां जिहड़ी हैगी है दोनों ਨੂੰ ਜੋੜਿਆ ਕਰੋ OA जमा OD छोटा है OB जमा OC दे OA जमा OD बन गया AD ते OB जमा OC बन गया BC। इस तो सिद्ध होता है कि AD छोटा है BC दे जो कि AD छोटा है BC उसने सानू सिद्ध करने दे लई कहा सी। सो विद्यार्थियों ये सी साडा जिहड़ा प्रश्न। इस प्रश्न को मैं एक बार फिर आप जी नूं समझावांगा क्योंकि ज्योमेट्री के प्रश्न हैं नवी चीज है एक दो बार समझाने तो बाद पता लगती है। एक बार फिर देख लो चित्र विच कोण B छोटा है कोण A दे अते कोण C छोटा है कोण D दे दर्शाओ कि AD BC तो छोटी है। साडे वास्ते इस प्रश्न दे विच समस्या ए सी कि दो त्रिभुजां सन ते उन्होंने दोनों त्रिभुजां दी सांझियां जिहड़ी वड्डी भुजावां जोड़ सीमा भुजावां दा ओह ने सानू जिहड़ा हैगा पुछ लिया। ठीक है जी। ਇਹਦੇ ਵਾਸਤੇ मैं की करांगा दोवें त्रिभुजां नूं छोटियां त्रिभुजां नूं कल्ले कल्ले नूं ਵੱਖਰਾ ਵੱਖਰਾ कर लांगा। ਪਹਿਲੋ है कि त्रिभुज AOB त्रिभुज AOB ਦੇ ਵਿੱਚ मैं की कीता कोण B छोटा है कोण A दे। ठीक है जी। लिख दिता कोण B कोण A दे छोटा है। ਇਹਦਾ मतलब ਕੀ ਹੋਏਗਾ कि OA छोटा है OB दे OA छोटे कोण दे सन्मुख भुजा छोटी हुंदी है मतलब OA छोटा हो गया OA देखो छोटा कर दिता ते OB तो क्यों क्योंकि बड़े कोण दी सन्मुख भुजा बड़ी हुंदी है। ਇਹਦਾ मतलब OA छोटा है OB तो। इसी तरीके नाल त्रिभुज ODC विच ठीक है जी त्रिभुज ODC दे विच की होया कोण C कोण D तो छोटा है। देखो कोण C कोण D तो छोटा है क्या होने ते कोण छोटे कोण दे सन्मुख भुजा OD देखो छोटी है बड़े कोण दे सन्मुख भुजा केड़ी है OC तो। ठीक है ਇਹਦਾ मतलब OC ਜਿਹੜੀ ਹੈਗੀ ਆ OD ਜਿਹੜੀ ਹੈਗੀ OC ਤੋਂ ਛੋਟੀ ਹੋਗੀ। ਇੱਕ ਤੇ ਦੋ ਨੂੰ ਜੋੜ ਲਓ ਆਪਸ ਵਿੱਚ। ਠੀਕ ਹੈ ਜੋੜ ਕੇ ਕੀ ਹੁੰਦਾ ਕਿ ਖੱਬੇ ਵਾਲਾ ਪਾਸਾ ਖੱਬੇ ਵਾਲੇ ਪਾਸੇ ਜੋੜਤਾ OA ਜਮਾ OD ਤੇ ਸੱਜੇ ਵਾਲਾ ਪਾਸਾ ਸੱਜੇ ਵਾਲੇ ਪਾਸੇ ਜੋੜਤਾ OB ਜਮਾ OC। ਠੀਕ ਹੈ ਜੀ ਦੋਨਾਂ ਨੂੰ ਜੋੜਿਆ ਇਹ ਬਣ ਗਿਆ OA जमा OD बराबर AD आ गया ते OB जमा OC बराबर BC और टोटल BC आ गया। आ साडे प्रश्न दा जिहड़ा हल सी ए सी। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਉਹ ਇਹ ਆ ਇਹਨਾਂ ਦਾ ਕਾਰਨ ਜ਼ਰੂਰ ਅਸੀਂ ਲਿਖਣਾ ਹੈ। ਮੈਂ ਤੁਹਾਡੇ ਵਾਸਤੇ ਛੱਡਿਆ ਜਾਣ ਕੇ ਕਿਉਂਕਿ ਮੈਂ ਸਟਾਰਟਿੰਗ ਦੇ ਵਿੱਚ ਲੈਕਚਰ ਦੇ ਸ਼ੁਰੂ ਦੇ ਵਿੱਚ ਹੀ ਇਸ ਦੀਆਂ ਥਿਊਰਮਾਂ ਜਿਹੜੀਆਂ ਸੀ ਉਹ ਡਿਸਕਸ ਕੀਤੀਆਂ ਸੀ ਤੇ ਮੈਂ ਚਾਹਨਾ ਹਾਂ ਕਿ ਇੱਥੇ ਤੁਸੀਂ ਥਿਊਰਮਾਂ ਆਪ ਲਗਾਓ। ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਹਾਂ ਜਦੋਂ ਕੋਣਾਂ ਤੋਂ ਭੁਜਾਵਾਂ ਵੱਲ ਗਏ ਤਾਂ ਸਾਡਾ ਕਾਰਨ ਕੀ ਹੋਏਗਾ ਕਿਸੇ ਵੀ ਤ੍ਰਿਭੁਜ ਵਿੱਚ छोटे कोण की सन्मुख भुजा छोटी हुंदी है ते वड्डे कोण की सन्मुख भुजा वड्डी हुंदी है। आ दो जिहड़े हैगे इहदे कारण बनणगे ते आ प्रश्न जिहड़ा साडा हल होएगा। ठीक है विद्यार्थियों। सो मैं विद्यार्थियों उम्मीद करदा हां तुसी इन्हां प्रश्नां नूं ते इन्हां थ्योरम्स नूं ਜਿਹੜੀਆਂ ਅਸੀਂ ਕੀਤੀਆਂ ਹੈ ਉਹ ਬੜੇ ਤਰਤੀਬਾਂ ਨਾਲ ਤੇ ਚੰਗੇ ਤਰੀਕੇ ਨਾਲ ਸਮਝਿਆ ਹੋਵੇਗਾ ਤੇ ਹੁਣ ਇਸ ਲੈਕਚਰ ਤੋਂ ਬਾਅਦ ਸਕਰੀਨ ਦੇ ਉੱਤੇ ਜਿਹੜਾ ਹੈਗਾ ਇਸ ਚੈਪਟਰ ਦਾ ਹੋਮਵਰਕ ਜਿਹੜਾ ਡਿਸਪਲੇ ਹੋਏਗਾ ਤੇ ਮੈਂ ਉਮੀਦ ਕਰਦਾ ਹਾਂ ਤੁਸੀਂ ਉਹ ਹੋਮਵਰਕ ਵੀ ਜਿਹੜਾ ਵਧੀਆ ਤਰੀਕੇ ਦੇ ਨਾਲ ਕਰੋਗੇ ਤੇ ਇਸ ਦੇ ਨਾਲ ਹੀ ਆਪ ਜੀ ਤੋਂ ਵਿਦਾ ਲੈਣਾ। ਉਮੀਦ ਕਰਦਾ ਹਾਂ ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਵੇਗਾ। ਧੰਨਵਾਦ।